अस्सलाम वालेकुम, मैं हूं उस्मान बट आप देख रहे हैं उर्दू पॉइंट। नाज़रीन, जैसा कि आप सब जानते हैं, दरियाए रावी में आने वाले सैलाब ने अपने इर्द गिर्द जो इलाके हैं, जो जो घर, रास्ते, सोसाइटियाँ जो रास्ते में आते हैं, वहाँ पे तबाही मचाना शुरू कर दिया है। घरों में, सोसाइटियों में पानी दाखिल होना शुरू हो चुका है। इस वक्त मैं सुंदर और मांगा के दरमियान एक इलाका है, नानो डोगरा, वहाँ पे मौजूद हूँ। ये गाँव है, सारा आप देखो दिखा सकें कि ये सारा कुछ डूब चुका है। माल मवेशी डंगर जो हैं इस खड़े पानी के अंदर हैं। ये भैंसें भी गई हैं जो कि इसके अंदर हैं। फिर इसके अलावा आगे गोदाम बने हुए जिसमें इनका सामान है, लोगों का, यहाँ के मुकामी लोगों का। काश्तकार हैं, ज़रूरी काम करते हैं, यहाँ पे इनकी फसलें हैं। तो ये सारा दूर दूर तक जो है ना डूबा हुआ। आगे घर भी हैं, फार्म हाउसेज हैं, घर हैं, लोगों के रिहायशी इलाके हैं। ये कोई दिखा सकें, चार दीवारी है। लोग यहाँ पे खड़े हो चुके हैं, इसके किनारे पे आकर इंतज़ार कर रहे हैं कब ये सैलाब का पानी जो है निकलेगा, तो ये अपने काम भी करेंगे और इनकी फसलें जो तबाह हुई हैं इनसे पूछते हैं नुकसान क्या हो रहे हैं। यहाँ के एक मुकामी हमारे साथ मौजूद हैं, हम इनसे भी बात कर लेते हैं, इनसे पूछते हैं क्या कहेंगे। जी अस्सलाम वालेकुम, क्या नाम है सर आपका? वालेकुम सलाम, असगर नाम है मेरा। जी असगर साहब, जी तेगा आप इसी इलाके में रहते हैं? हाँ, ਇੱਥੇ ਰਹਿੰਦੇ ਆ। ਇੱਥੇ ਮੇਰੀਆਂ ਜ਼ਮੀਨਾਂ ਨੇ ਸਾਰੀਆਂ। ਅੱਛਾ, ਮੈਨੂੰ ਇਹ ਦੱਸੋ ਕਿ ਦਰਿਆਏ ਰਾਵੀ ਦੇ ਵਿੱਚੋਂ ਜਿਹੜਾ ਸੈਲਾਬੀ ਪਾਣੀ ਨਿਕਲ ਕੇ ਆਇਆ, ਬੰਦ ਟੁੱਟ ਗਿਆ, ਹਾਂਜੀ ਇਹ ਬੰਦ ਕਿਹੜੇ ਕਿਹੜੇ ਟੁੱਟੇ ਨੇ ਤੇ ਅੱਗੇ ਮਤਲਬ ਕਿਸ ਤਰ੍ਹਾਂ ਦੇ ਹਾਲਾਤ ਨੇ? सर, गल है भी वो कि है शेर के कहाँ तक सुनोगे, कहाँ तक सुनाएं, लाखों हैं शिकवे कहाँ तक बताएं। साडा नुकसान इन्ना चुक्या हो चुक्या, ਅਸੀਂ ਗਿਣ ਕੇ ਦੱਸ ਵੀ ਨਹੀਂ ਸਕਦੇ ਕਿ ਸਾਡਾ ਕੀ ਗਵਾਚਿਆ। ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਨੇ, ਸਾਰੇ ਮਵੇਸ਼ੀ ਕੋਈ ਰੁੜ ਗਏ ਨੇ, ਕੋਈ ਕੱਢ ਲਿਆਂਦੇ ਨੇ। ਤੇ ਜਿਹੜੇ ਗੋਦਾਮ ਸਨ ਅੰਦਰ ਬਣੇ ਸਾਰੇ, ਉਹਨਾਂ ਗੋਦਾਮਾਂ 'ਚ ਤੰਬਾਕੂ ਸੀ ਫਸਲ ਰੱਖੀ, ਉਹ ਸਾਰੀ ਬਰਬਾਦ ਹੋ ਗਈ। ਇਹ ਸ਼ਿਮਲਾ ਮਿਰਚਾਂ ਦੀ ਪਨੀਰੀ ਲੱਖਾਂ ਰੁਪਈਆਂ ਦਾ ਬੀਜ ਲਾ ਕੇ ਬੀਜਿਆ ਤੇ ਜ਼ਮੀਨਾਂ ਬਰਬਾਦ ਹੋ ਗਈਆਂ ਨੇ, ਉਹ ਸਾਡਾ ਬੀਜ ਵੀ ਜਿਹੜਾ ਬੇਕਾਰ ਗਿਆ। ਠੀਕ ਹੈ, ਦਰਿਆਏ ਰਾਵੀ ਕਿੰਨਾ ਦੂਰ ਹੈ ਇੱਥੋਂ ਤੇ ਪਾਣੀ ਕਿਦੋਂ ਇੱਥੇ ਦਾਖਲ ਹੋਇਆ? ਇਹ ਪਾਣੀ ਦਾਖਲ ਹੋਣ ਤੱਕ ਕਮ ਇੱਕ ਹਫ਼ਤਾ ਹੋ ਗਿਆ ਤੇ ਦਰਿਆ ਜਿਹੜਾ ਇੱਥੋਂ ਇਸ ਟਾਈਮ ਮੇਰੇ ਖਿਆਲ 2 ਕਿਲੋਮੀਟਰ ਹੈ। ਠੀਕ ਹੈ, ਤੇ ਇਹ ਦੱਸੋ ਕਿ ਜਦੋਂ ਪਾਣੀ ਇੱਥੇ ਆਇਆ ਹੈ, ਉਸ ਟਾਈਮ ਤੁਸੀਂ ਸਭ ਲੋਕਾਂ ਨੇ ਇੱਥੇ ਕੀ ਕੀਤਾ? ਜਿਹੜੇ ਅੱਗੇ ਘਰ ਬਣੇ ਨੇ ਜਾਂ ਗੋਦਾਮ ਬਣੇ ਨੇ, ਫੌਰਨ ਤੋਂ ਪਹਿਲੇ ਨਿਕਲੇ ਹੋ ਬਾਹਰ ਕੇ ਪਾਣੀ ਆਂਦੇ ਵੇਖਿਆ ਜਾਂ ਪਹਿਲੇ ਆ ਗਏ ਸੀ ਤੁਸੀਂ ਆਏ ਤੇ ਪਾਣੀ ਆਇਆ ਸੀ? ਨਹੀਂ, ਕੋਈ ਘਰ ਤੇ ਪਹਿਲੇ ਆ ਗਏ ਸਨ, ਲੇਕਿਨ ਜਿਨ੍ਹਾਂ ਦਾ ਬਹੁਤ ਜ਼ਿਆਦਾ ਸਮਾਨ ਸੀ ਉਹ ਨਹੀਂ ਕੱਢ ਸਕੇ। ਤੇ ਇੱਥੇ ਸਾਨੂੰ ਵਾਰਨਿੰਗਾਂ ਮਿਲਦੀਆਂ ਰਹੀਆਂ ਨੇ, ਲੇਕਿਨ ਇਹ ਹੈ ਕਿ ਸਾਡਾ ਬੇਸਿਕਲ ਕੋਈ ਅਮਦਾਦੀ ਟੀਮ ਨਹੀਂ ਆਈ ਜਿਹੜੀ ਅਮਦਾਦ ਕਰੇ। ਹੁਣ ਮਸਲਾ ਸਾਹਮਣੇ ਡੇਰਾ ਹੈ, ਇਸ ਡੇਰੇ ਦੇ ਉੱਤੇ ਗਾਵਾਂ ਨੇ, ਬਲੈਤਨਾ ਗਾਵਾਂ ਨੇ, ਉਹ ਤਰ ਵੀ ਨਹੀਂ ਸਕਦੀਆਂ। ਅਗਰ ਉਹਨਾਂ ਨੂੰ ਤਰਾਈਏ ਤਾਂ ਡੁੱਬ ਕੇ ਮਰ ਜਾਣਗੇ। ਅੱਛਾ, ਫਿਰ ਅੰਦਰ ਹੀ ਨੇ ਹਲੇ? ਅੰਦਰ ਹੀ ਨੇ। ਤੇ ਕਿਸ ਤਰ੍ਹਾਂ ਉਹਨਾਂ ਨੂੰ ਖਾਣਾ ਸ਼ਾਨਾ ਦਿੰਦੇ ਹੋ, ਸਮਾਨ ਪਹੁੰਚਾਉਂਦੇ? ਬਸ ਉਹ ਇਹ ਕਸ਼ਤੀ ਤੇ ਲਿਜਾ ਕੇ, ਕਸ਼ਤੀ ਰੱਖੀ ਉਹਦੇ ਤੇ ਲਿਜਾ ਕੇ ਤੇ ਉਹ ਚਾਰਾ ਚੂਰਾ ਪਾਉਂਦੇ ਨੇ। ਠੀਕ ਹੈ। ਤੇ ਗਾਵਾਂ ਜਿਹੜੀਆਂ ਨੇ ਉਹਨਾਂ ਦਾ ਵਜ਼ਨ ਬਹੁਤ ਜ਼ਿਆਦਾ ਹੈ, ਉਹ 30 ਕਿਲੋ ਦੁੱਧ ਦੇਣ ਵਾਲੀਆਂ ਗਾਵਾਂ ਨੇ। ਅਗਰ ਪਾਣੀ 'ਚ ਵਾੜੀਏ ਤਾਂ ਉਹ ਮਰ ਜਾਣਗੀਆਂ ਡੁੱਬ ਕੇ। ਸਹੀ ਹੈ। ਮੈਨੂੰ ਦੱਸੋ ਕਿ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਉਹਦੇ ਕੋਲ ਕੋਲ ਪਾਣੀ ਪਹੁੰਚ ਕੇ ਦਰਿਆ ਰਾਵੀ ਦਾ ਸਲਾਬੀ ਪਾਣੀ, ਹਾਂਜੀ, ਮੈਨੂੰ ਕਿਸੇ ਨੇ ਦੱਸਿਆ ਕਿ ਇਹ ਪਾਣੀ ਕੱਲ ਜਾਂ ਪਰਸੋਂ ਤੱਕ ਥੋੜਾ ਪਿੱਛੇ ਆਇਆ ਸੀ। ਜਿਵੇਂ ਜਿਵੇਂ ਵਕਤ ਗੁਜ਼ਰਿਆ ਪਾਣੀ ਅੱਗੇ ਅੱਗੇ ਆ ਰਿਹਾ, ਪਿੱਛੇ ਤੁਹਾਡੇ ਕਾਰ ਨੇ ਇਸ ਤਰਫ ਆ ਰਿਹਾ। ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਕਿ ਐਸਾ ਐਸਾ ਪਾਣੀ ਵੱਧ ਰਿਹਾ ਹੈ ਤੇ ਸਪੀਡ ਨਾਲ ਨਹੀਂ ਵਧਿਆ, ਐਸਾ ਐਸਾ ਵੱਧਦਾ ਗਿਆ। ਸਾਡੀ ਉਮੀਦ ਹੀ ਰਹੀ ਕਿ ਇਹ ਹੁਣ ਉਤਰ ਜਾਂਦਾ, ਹੁਣ ਉਤਰ ਜਾਂਦਾ, ਲੇਕਿਨ ਉਤਰਨ ਦੇ ਬਜਾਏ ਉਹ ਪਾਣੀ ਇਜ਼ਾਫਾ ਹੀ ਹੋਇਆ। ਠੀਕ ਹੈ। ਅੱਛਾ, ਹੁਣ ਇਹ ਦੱਸੋ ਕਿ ਹਰ ਸਾਲ ਪਾਣੀ ਇੱਥੇ ਆਉਂਦਾ ਹੈ? ਹਰ ਸਾਲ ਤੁਹਾਡੇ ਲਈ ਮੁਸ਼ਕਿਲ ਹੁੰਦੀ ਹੈ? ਹਰ ਸਾਲ ਹੀ ਆਉਂਦਾ। 2 ਸਾਲ ਇਹ ਧੰਨ ਦੇ ਵਿੱਚ ਨਹੀਂ ਆਇਆ ਪਾਣੀ ਤੇ ਇਧਰ ਆਉਂਦਾ ਰਿਹਾ। ਉਹ ਬੰਨ ਜਿਹੜਾ ਬੱਧਾ ਸੀ ਉਹ ਬੰਨ ਟੁੱਟ ਗਿਆ। ਠੀਕ ਹੈ। ਹੁਣ ਇਸ ਟਾਈਮ ਜਿਹੜਾ ਨਾ ਇਹ ਬੰਨ ਅਸਾਂ ਬੱਧਾ ਸੀ ਆਪਣੀ ਮਦਦ ਆਪ ਦੇ ਤਹਿਤ, ਪਹਿਲੇ ਗਵਰਨਮੈਂਟ ਬੱਧਾ ਸੀ ਤੇ ਉਹ ਤਬਾਹ ਬਰਬਾਦ ਹੋ ਗਿਆ। ਇਹ ਫਿਰ ਅਸਾਂ ਆਪ ਬੱਧਾ, ਲੇਕਿਨ ਆਪਣਾ ਬੱਧਾ ਵੀ ਉਹ ਰੁਪਈਏ ਜਿਹੜੇ ਸਾਰੇ ਜ਼ਾਇਆ ਹੋ ਗਏ ਨੇ। ਸਾਨੂੰ ਕਿਸੇ ਇਮਦਾਦ ਨਹੀਂ ਭੇਜੀ ਵੀ ਤੁਸੀਂ ਇਹ ਬੰਨ ਲਓ ਜਾਂ ਕੋਈ ਬੰਨ ਦੇਵੇ, ਉਹ ਵੀ ਗੱਲ ਕੋਈ ਨਹੀਂ। ਅਫਸੋਸ ਇਸ ਗੱਲ ਦਾ ਹੈ ਕਿ ਦੂਰ ਦੂਰ ਤੱਕ ਵਜ਼ੀਰ ਆਲਾ ਸਾਹਿਬਾਂ ਜਾਂਦੀਆਂ ਨੇ ਤੇ ਅਫਸਰਾਨੇ ਬਾਲਾ ਜਾਂਦੇ ਨੇ ਜਿੱਥੇ ਕੋਈ ਪਰੇਸ਼ਾਨੀ ਹੁੰਦੀ ਹੈ, ਲੇਕਿਨ ਅਸੀਂ ਵਜ਼ੀਰ ਆਲਾ ਸਾਹਿਬਾਂ ਦੇ ਬਿਲਕੁਲ ਕਰੀਬ ਹਾਂ। 14 ਕਿਲੋਮੀਟਰ ਤੇ ਜਾਤੀ ਉਮਰਾ ਹੈ, ਲੇਕਿਨ ਅਸੀਂ ਉਹਨਾਂ ਦੇ ਵੋਟਰ ਵੀ ਹਾਂ, ਸਪੋਰਟਰ ਵੀ ਹਾਂ। ਸਾਡੀ ਇਮਦਾਦ ਵਾਸਤੇ ਅਫਸਰ ਭੇਜੇ ਨੇ, ਉਹ ਵੇਖ ਰਹੇ ਨੇ ਸਾਡੀ ਕੋਈ ਇਮਦਾਦ ਤੇ ਨਹੀਂ ਨਾ ਹੋਈ, ਲੇਕਿਨ ਅਸੀਂ ਇਮਦਾਦ ਨਹੀਂ ਚਾਹੁੰਦੇ। ਅਸੀਂ ਇਹ ਚਾਹੁੰਦੇ ਕਿ ਇਹ ਬੰਨ ਜਿਹੜਾ ਇਹ ਲੱਗ ਜਾਵੇ ਮੁਕੰਮਲ, ਇਹ ਦੁਬਾਰਾ ਪਾਣੀ ਇੱਥੇ ਨਾ ਆਵੇ। ਅੱਛਾ, ਬੰਦ ਮਤਲਬ ਟੁੱਟ ਜਾਂਦਾ ਜਾਂ ਹੈਗਾ ਹੀ ਨਹੀਂ ਕਦੀ ਵੀ? ਟੁੱਟ ਜਾਂਦਾ, ਪਾਣੀ ਦਾ ਦਬਾਅ ਨਹੀਂ ਚੱਲਦਾ। ਇਹ ਪੱਥਰ ਲੱਗ ਜਾਵੇ, ਇਹਦੇ ਤੀਸ ਪਰ ਬਣ ਜਾਵੇ ਮੁਕੰਮਲ, ਐਂਦਾ ਤੋਂ ਇਹ ਪਾਣੀ ਆ ਕੇ ਸਾਨੂੰ ਤੰਗ ਨਾ ਕਰੇ। ਉਹ ਇੱਕ ਪੰਜਾਬੀ ਦਾ ਸ਼ੇਰ ਹੈਗਾ, ਹੁੰਦਾ ਹੈ ਆਕਾ ਬਾਕਾ ਤਲੀ ਤਲਾਕਾ ਹੋਤਾ ਹੈ, ਸਭ ਤੋਂ ਚੰਗਾ ਮਾਂ ਨੂੰ ਆਪਣਾ ਕਾਕਾ ਹੋਤਾ ਹੈ। ਅਸੀਂ ਵੀ ਉਹਨਾਂ ਦੇ ਕਾਕੇ ਹਾਂ, ਸਾਡਾ ਵੀ ਖਿਆਲ ਕਰ। ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ।
तो नाज़रीन आप देख सकते हैं कि यहाँ के जो हालात हैं किस तरह के हैं, लोगों की कैसी परेशानी है। और इस जगह पे मुझे इन्होंने बताया कि तकरीबन 14 किलोमीटर के फासले पे जाती उम्र है, जो मियां नवाज शरीफ साहब का, मरियम नवाज शरीफ साहबा का घर है। और इसके अलावा यहाँ पे सबसे ज़्यादा जो नुकसान है वो जानवरों का, माल मवेशी जो है उनका नुकसान हमें बताया जा रहा है। इम्पोर्टेड नस्ल की जो है ना, जो यहाँ पे गायें भैंसें हैं वो सामने उस फार्म में है, और उसके अलावा बाकी लोगों के भी यहाँ पे तो फार्म, दीगर फार्म ये जो दाएं तरफ हैं, इधर आसपास फार्म है, ये सारे इसकी सैलाबी पानी की जेर असर आ चुके हैं।